ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਸ਼ੌਲਕ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਅਹਿਮ ਖਬਰਾਂ ਦਾ। ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਇਲੈਕਸ਼ਨ ਨਾ ਕਰਵਾਏ ਜਾਣ ਨੂੰ ਲੈ ਕੇ ਅਜੇ ਵੀ ਵਿਦਿਆਰਥੀ ਸੰਗਠਨਾਂ ਦੇ ਵਿਦਿਆਰਥੀ ਧਰਨੇ ਉੱਪਰ ਬੈਠੇ ਨੇ ਤੇ ਇਹ ਮੰਗ ਕਰ ਰਹੇ ਨੇ ਕਿ ਇੱਕ ਤਾਂ ਯੂਨੀਵਰਸਿਟੀ ਨੂੰ ਜਲਦ ਤੋਂ ਜਲਦ ਖੋਲ੍ਹਿਆ ਜਾਵੇ ਤੇ ਦੂਜਾ ਸੈਨੇਟ ਇਲੈਕਸ਼ਨ ਵੀ ਛੇਤੀ ਹੀ ਕਰਵਾਈਆਂ ਜਾਣ। ਲੇਕਿਨ ਪੰਜਾਬ ਯੂਨੀਵਰਸਿਟੀ ਵੱਲੋਂ ਅਜੇ ਵੀ ਸੈਨੇਟ ਇਲੈਕਸ਼ਨ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ। ਇਸ ਨੂੰ ਲੈ ਕੇ ਸ਼ਨੀਵਾਰ ਨੂੰ ਅਕਾਲੀ ਦਲ ਦੇ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਧਰਨੇ ਉੱਤੇ ਬੈਠੇ ਤੇ ਵਿਦਿਆਰਥੀਆਂ ਨੂੰ ਮਿਲੇ। ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਦਿਆਰਥੀਆਂ ਦੀ ਗੱਲ ਨੂੰ ਅੱਗੇ ਰੱਖਦੇ ਕਿਹਾ ਕਿ ਸੈਨੇਟ ਇਲੈਕਸ਼ਨ ਹਰ ਹਾਲ ਵਿੱਚ ਹੋਣੀ ਚਾਹੀਦੀ ਹੈ ਅਤੇ ਇਹ ਯੂਨੀਵਰਸਿਟੀ ਦਾ ਇੱਕ ਸਿਸਟਮ ਹੈ ਤੇ ਸਰਕਾਰ ਹਰ ਕਿਸੇ ਉੱਤੇ ਜ਼ੁਲਮ ਕਰ ਰਹੀ ਹੈ ਅਤੇ ਸਿੱਖਿਆ ਨੀਤੀ ਨੂੰ ਵੀ ਕਦੇ ਵੀ ਬਦਲਿਆ ਜਾ ਰਿਹਾ ਹੈ। ਬੜਾ ਅਫਸੋਸ ਦੀ ਗੱਲ ਆ ਵੀ ਕਿੰਨੇ ਦਿਨਾਂ ਤੋਂ ਬੱਚੇ ਬੈਠੇ ਨੇ ਵਿਦਿਆਰਥੀ ਜੋ ਮੰਗ ਕਰ ਰਹੇ ਨੇ ਇੱਥੇ ਡੈਮੋਕ੍ਰੈਟਿਕ ਸਿਸਟਮ ਬਹਾਲ ਕਰਨ ਦੀ। ਪੰਜਾਬ ਯੂਨੀਵਰਸਿਟੀ ਦੇ ਜਿਹੜਾ ਸੈਨੇਟ ਆ ਇਹ ਮੈਂ ਸਮਝਦਾ ਹਿੰਦੁਸਤਾਨ ਦੇ ਵਿੱਚ ਇੱਕ ਹਿਸਟੋਰੀਕਲ ਕਿਹਾ ਜਾ ਸਕਦਾ। ਇਹ ਪਹਿਲੇ ਦੀ ਗੱਲ ਤਾਂ ਪੰਜਾਬ ਯੂਨੀਵਰਸਿਟੀ ਇੱਕ ਹਿਸਟੋਰੀਕਲ ਮੋਨੂਮੈਂਟ ਆ। ਪੰਜਾਬ ਯੂਨੀਵਰਸਿਟੀ ਹਿੰਦੁਸਤਾਨ ਦੀਆਂ ਉਹਨਾਂ ਜਿਹੜੀਆਂ ਪ੍ਰੈਸਟੀਜੀਅਸ ਯੂਨੀਵਰਸਿਟੀਆਂ ਨੇ, ਟੌਪ ਦੀਆਂ ਯੂਨੀਵਰਸਿਟੀਆਂ ਨੇ ਹਿੰਦੁਸਤਾਨ ਦੀਆਂ, ਮੈਂ ਤਾਂ ਕਹਿੰਦਾ ਵਰਲਡ ਦੀਆਂ ਯੂਨੀਵਰਸਿਟੀਆਂ, ਉਹਨਾਂ ਦੇ ਵਿੱਚੋਂ ਇੱਕ ਆ। ਔਰ ਬਹੁਤ ਸਾਰੀਆਂ ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਨੇ ਮਤਲਬ ਪੰਜਾਬ ਯੂਨੀਵਰਸਿਟੀ ਤੋਂ ਸੇਧ ਲਿੱਤੀ ਆ। ਮੈਕਸਿਮਮ ਪੰਜਾਬ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਜਿਹੜੇ ਕਨਸਟੀਟਿਊਸ਼ਨ ਬਣੇ ਨੇ ਉਹ ਪੰਜਾਬ ਯੂਨੀਵਰਸਿਟੀ ਨੂੰ ਆਧਾਰ ਬਣਾ ਕੇ ਬਣੇ ਨੇ ਤੇ ਇੱਥੋਂ ਦਾ ਜਿਹੜਾ ਡੈਮੋਕ੍ਰੈਟਿਕ ਸਿਸਟਮ ਸੀ ਉਹ ਜਾਣਿਆ ਮੰਨਿਆ ਪਰਮੰਨਿਆ ਸਿਸਟਮ ਸੀ। ਔਰ ਮੈਂ ਸਮਝਦਾ ਕਿ ਖਾਸ ਤੌਰ 'ਤੇ ਇਹ ਇੱਕ ਐਸੀ ਯੂਨੀਵਰਸਿਟੀ ਸੀ ਜਿਹਦੇ ਵਿੱਚ ਵਿਦਿਆਰਥੀ ਜਿਹੜੀ ਟੌਪ ਦੀ ਬੋਡੀ ਸੀ, ਗਵਰਨਿੰਗ ਬੋਡੀ ਸੈਨੇਟ, ਉਹਦੇ ਵਿੱਚ ਚੁਣ ਕੇ ਜਾਂਦੇ ਸੀ ਜਿਹੜੇ ਪੁਰਾਣੇ ਵਿਦਿਆਰਥੀ ਹੁੰਦੇ ਸੀ। ਗ੍ਰੈਜੂਏਸ਼ਨ ਕਨਸਟੀਟਿਊਸ਼ਨ ਜਿਹੜੀ ਬਣੀ ਸੀ ਉਹਦੇ ਵਿੱਚੋਂ ਉਹਦੇ ਨਾਲ ਵਿਦਿਆਰਥੀਆਂ ਦਾ ਲਗਾਅ ਰਹਿੰਦਾ ਸੀ, ਸੈਂਟੀਮੈਂਟਲ ਤੌਰ 'ਤੇ ਜੁੜੇ ਰਹਿੰਦੇ ਸੀ। ਮੈਂ ਵੀ ਪੰਜਾਬੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਰਿਹਾ। ਅਸੀਂ ਉੱਥੇ ਵੀ ਸੈਨੇਟ ਦੇ ਵਿੱਚ ਸਿੰਡੀਕੇਟ ਦੇ ਵਿੱਚ ਵਿਦਿਆਰਥੀ ਆਗੂਆਂ ਦੀ ਅਸੀਂ ਨੋਮੀਨੇਸ਼ਨ ਕਰਾਈ, ਅਕੈਡਮਿਕ ਕੌਂਸਲ 'ਚ ਕਰਾਈ। ਉਹਦਾ ਕਾਰਨ ਇੱਕ ਸੀ ਅਸੀਂ ਲੜਾਈ ਲੜ ਕੇ ਸੰਘਰਸ਼ ਲੜ ਕੇ ਬਣਾਈ, ਜਿਵੇਂ ਹੁਣ ਬੱਚੇ ਬੈਠੇ ਨੇ ਸੰਘਰਸ਼ 'ਤੇ। ਇਹ ਸਾਡਾ ਕਹਿਣ ਦਾ ਮਤਲਬ ਇਹ ਸੀ ਕਿ ਜੇ ਵਿਦਿਆਰਥੀਆਂ ਦੀ ਪਾਰਟੀਸਪੇਸ਼ਨ ਰਹੇਗੀ ਤਾਂ ਲਗਾਓ ਰਹੇਗਾ। ਪੰਜਾਬ ਯੂਨੀਵਰਸਿਟੀ ਨੇ ਦੁਨੀਆ ਦੇ ਵੱਡੇ ਵੱਡੇ ਹਿਸਟੋਰੀਅਨ ਪੈਦਾ ਕੀਤੇ ਨੇ, ਇੰਜੀਨੀਅਰ ਪੈਦਾ ਕੀਤੇ ਨੇ, ਡਾਕਟਰ ਪੈਦਾ ਕੀਤੇ ਨੇ, ਪੋਲੀਟੀਸ਼ੀਅਨ ਪੈਦਾ ਕੀਤੇ ਨੇ, ਸਮਾਜ ਸੇਵੀ ਪੈਦਾ ਕੀਤੇ ਨੇ, ਕਲਾਕਾਰ ਪੈਦਾ ਕੀਤੇ ਨੇ, ਸਾਹਿਤਕਾਰ ਪੈਦਾ ਕੀਤੇ ਨੇ। ਪੰਜਾਬ ਯੂਨੀਵਰਸਿਟੀ ਦੀ ਕੰਟਰੀਬਿਊਸ਼ਨ ਨੂੰ ਦੇਖਦੇ ਹੋਏ ਮਤਲਬ ਅੱਜ ਜੇ ਇੱਥੋਂ ਦੇ ਵਿਦਿਆਰਥੀ ਇੱਕ ਜਮਹੂਰੀ ਸਿਸਟਮ ਦੀ ਲੜਾਈ ਲੜ ਰਹੇ ਨੇ, ਸਾਡੀ ਇਹਨਾਂ ਨੂੰ ਪੂਰੀ ਸਪੋਰਟ ਆ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਆ ਜਿਹੜੀ ਸੂਬਿਆਂ ਦੇ ਵੱਧ ਅਧਿਕਾਰ ਔਰ ਫੈਡਰਲਿਜ਼ਮ ਕੰਟਰੀ ਦੇ ਵਿੱਚ ਮਜ਼ਬੂਤੀ ਤੌਰ 'ਤੇ ਲਾਗੂ ਕਰਨ ਦੀ ਹਾਮੀ ਭਰਦੀ ਆ। ਉੱਥੇ ਹੀ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੈਜ਼ੀਡੈਂਟ ਰਵਿੰਦਰ ਸਿੰਘ ਧਾਲੀਵਾਲ ਦਾ ਇਹ ਕਹਿਣਾ ਹੈ ਕਿ ਬੀਤੇ 15 ਦਿਨਾਂ ਤੋਂ ਸੈਨੇਟ ਇਲੈਕਸ਼ਨ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਧਰਨੇ ਤੇ ਬੈਠੇ ਨੇ ਤੇ ਸਾਰੇ ਸਿਆਸੀ ਦਲ ਇਸ ਮੁਹਿੰਮ ਵਿੱਚ ਅੱਗੇ ਵਧ ਕੇ ਵਿਦਿਆਰਥੀਆਂ ਦੇ ਨਾਲ ਆ ਰਹੇ ਨੇ ਤੇ ਹੌਲੀ-ਹੌਲੀ ਪੰਜਾਬ ਯੂਨੀਵਰਸਿਟੀ ਤੇ ਦਬਾਅ ਬਣੇਗਾ ਤੇ ਇਹ ਚੋਣਾਂ ਹੋ ਕੇ ਰਹਿਣਗੀਆਂ। ਅਲੱਗ-ਅਲੱਗ ਜਿਹੜੇ ਵਿਚਾਰਧਾਰਾ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਾਂ ਜਿਵੇਂ ਸੰਯੁਕਤ ਕਿਸਾਨ ਮੋਰਚੇ ਦੀ ਜੇ ਆਪਾਂ ਗੱਲ ਕਰੀਏ, ਮਤਲਬ ਸਾਰੀਆਂ ਧਿਰਾਂ ਵੱਲੋਂ ਜਦੋਂ ਸਪੋਰਟ ਮਿਲੀ ਆ ਤਾਂ ਇੱਕ ਆਵਾਜ਼ ਵੱਡੇ ਪੱਧਰ ਤੇ ਜ਼ਰੂਰ ਜਾ ਰਹੀ ਹੈ ਸਾਡੀ। ਤਾਂ ਜਦੋਂ ਆਵਾਜ਼ ਬੁਲੰਦ ਹੋਈ ਆ ਤਾਂ ਗੱਲ ਹੋਣ ਲੱਗੀ ਆ, ਜਦੋਂ ਗੱਲ ਹੋਣ ਲੱਗੀ ਆ ਤਾਂ ਫਿਰ ਹੱਲ ਵੀ ਛੇਤੀ ਹੋਊਗਾ। ਇਹ ਬੜੀ ਗਲਤ ਗੱਲ ਹੈ ਜੀ, ਬਹੁਤ ਮੰਦਭਾਗੀ ਗੱਲ ਹੈ। ਅਸੀਂ ਆਪਣੀ ਜਿਹੜੀ ਵਿਦਿਆਰਥੀ ਰਾਜਨੀਤੀ ਦੇ ਜਿਹੜਾ ਜੀਵਨ ਆ ਇੱਥੇ ਗੁਜ਼ਾਰਿਆ ਸਾਰਾ, ਤਾਂ ਬਹੁਤ ਸਾਰੇ ਧਰਨੇ ਇਸੇ ਗੇਟ ਦੇ ਉੱਤੇ ਲਾਏ ਨੇ, ਬਹੁਤ ਪ੍ਰਦਰਸ਼ਨ ਕੀਤੇ ਆ, ਪਰ ਇਹ ਕਦੇ ਨਹੀਂ ਹੋਇਆ ਸੀ। ਚਲੋ ਇਹ ਅਲੱਗ ਗੱਲ ਹੁੰਦੀ ਸੀ ਕਿ ਜਿਹੜਾ ਮਸਲਾ ਸੀ ਉਹ ਹੱਲ ਹੁੰਦਾ ਜਾਂ ਨਹੀਂ ਹੁੰਦਾ, ਪਰ ਹਮੇਸ਼ਾ ਸਾਨੂੰ ਜਿਹੜੇ ਵੀ ਵਾਈਸ ਚਾਂਸਲਰ ਸੀਗੇ ਜਾਂ ਅਥਾਰਟੀ ਸੀ ਤਾਂ ਉਹ ਸਾਨੂੰ ਮਿਲ ਕੇ ਜ਼ਰੂਰ ਜਾਂਦੇ ਰਹੇ ਨੇ। ਸਾਨੂੰ ਇਹ ਵੀ ਕਹਿੰਦੇ ਰਹੇ ਨੇ ਕਿ ਬਾਰਿਸ਼ ਦੇ ਮੌਸਮ 'ਚ ਨਾ ਬੈਠੋ, ਠੰਡ ਦੇ ਮੌਸਮ 'ਚ ਨਾ ਬੈਠੋ, ਤੁਸੀਂ ਸਾਡੇ ਬੱਚੇ ਹੋ। ਤਾਂ ਇਹ ਇਹਨਾਂ ਨੇ ਅਣਮਨੁੱਖੀ ਵਤੀਰਾ ਜਿਹੜਾ ਕੀਤਾ ਹੈ ਬਹੁਤ ਜ਼ਿਆਦਾ ਮੰਦਭਾਗੀ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਕੋਈ ਵੀ ਸੂਬਾ, ਕੋਈ ਵੀ ਦੇਸ਼ ਤਰੱਕੀ ਤਾਂ ਕਰ ਸਕਦਾ ਜੇ ਉਹਦੇ ਬੱਚੇ ਪੜ੍ਹ ਜਾਣ। ਅਫਸੋਸ ਇਸ ਗੱਲ ਦਾ ਹੈ ਕਿ ਅੱਜ ਪੜ੍ਹਾਈ ਬਹੁਤ ਮਹਿੰਗੀ ਹੋ ਗਈ। ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਆਉਣ ਵਾਲੀ ਸਰਕਾਰ ਦੀ ਪ੍ਰਾਇਰਟੀ ਐਜੂਕੇਸ਼ਨ ਰਹਿਣੀ ਹੈ। ਖਾਸ ਕਰਕੇ ਗਰੀਬ ਜਨਤਾ ਨੂੰ ਅਸੀਂ ਸ਼ੋਰ ਕਰਦੇ ਹਾਂ ਕਿ ਪੈਸੇ ਕਰਕੇ ਉਹ ਐਜੂਕੇਸ਼ਨ ਤੋਂ ਵਾਂਝੇ ਨਹੀਂ ਰਹਿਣਗੇ। ਅਸੀਂ ਫੈਸਲਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਸਰਕਾਰ ਬਣਤੇ ਪੰਜਾਬ ਦੇ ਬੱਚੀਆਂ ਵਾਸਤੇ 10 ਲੱਖ ਰੁਪਏ ਦਾ ਸਟੂਡੈਂਟ ਕਾਰਡ ਬਣਾ ਕੇ ਦੇਵਾਂਗੇ। ਤੁਸੀਂ ਉਹ ਕਾਰਡ ਰਾਹੀਂ ਪੰਜਾਬ ਦੇ ਕਿਸੇ ਵੀ ਕਾਲਜ, ਹਿੰਦੁਸਤਾਨ ਦੇ ਕਿਸੇ ਵੀ ਕਾਲਜ ਜਾਂ ਦੁਨੀਆ ਦੇ ਕਿਸੇ ਵੀ ਕਾਲਜ 'ਚ ਐਡਮਿਸ਼ਨ ਲੈ ਸਕੋਗੇ।
ਉਸ 10 ਲੱਖ ਦੀ ਗਰੰਟੀ ਵੀ ਸਾਡੀ ਪੰਜਾਬ ਸਰਕਾਰ ਦੀ ਹੋਗੀ, ਵਿਆਜ ਵੀ ਅਸੀਂ ਪੰਜਾਬ ਸਰਕਾਰ ਭਰੂਗੀ। ਆ ਸਾਡਾ ਸਾਰੇ ਨਾਲ ਵਾਅਦਾ ਹੈ। ਸਾਈਬਰ ਸੈੱਲ ਪੁਲਿਸ ਵੱਲੋਂ ਇੱਕ ਵਾਰ ਫਿਰ ਤੋਂ ਇੰਸ਼ੋਰੈਂਸ ਦੇ ਨਾਮ ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ 2 ਸ਼ਾਤਿਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਆਰੋਪੀਆਂ ਦੀ ਪਹਿਚਾਣ ਦਿੱਲੀ ਦੇ ਰਾਣੀ ਬਾਗ ਦੇ ਨਿਵਾਸੀ ਆਸ਼ੀਸ਼ ਗੁਪਤਾ ਤੇ ਰੋਹਿਣੀ ਦੇ ਰਹਿਣ ਵਾਲੇ ਸ਼ਿਵਨਾਥ ਦੇ ਤੌਰ ਤੇ ਹੋਈ ਹੈ ਤੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਉਹਨਾਂ ਨੂੰ ਪੁਲਿਸ ਰਿਮਾਂਡ ਤੇ ਭੇਜਿਆ ਗਿਆ। ਉੱਥੇ ਹੀ ਸਾਈਬਰ ਸੈੱਲ ਦੇ ਇੰਸਪੈਕਟਰ ਹਰੀਓਮ ਦੇ ਮੁਤਾਬਿਕ ਉਹਨਾਂ ਕੋਲ ਇੱਕ ਔਰਤ ਦੀ ਸ਼ਿਕਾਇਤ ਆਈ ਸੀ ਕਿ ਉਸ ਤੋਂ ਇੰਸ਼ੋਰੈਂਸ ਬੋਨਸ ਦੇ ਨਾਮ ਤੇ ਵੱਖ-ਵੱਖ ਖਾਤਿਆਂ ਵਿੱਚ 41 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਤੇ ਕੁਝ ਦਿਨ ਬਾਅਦ ਦੋਨੇ ਆਰੋਪੀਆਂ ਨੇ ਜੋ ਮੋਬਾਈਲ ਨੰਬਰ ਉਹਨਾਂ ਨੂੰ ਦਿੱਤਾ ਸੀ ਉਹ ਵੀ ਬੰਦ ਹੋਣ ਲੱਗਾ ਅਤੇ ਇਸ ਤੋਂ ਬਾਅਦ ਉਹਨਾਂ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤੇ ਦੋਵੇਂ ਆਰੋਪੀਆਂ ਖਿਲਾਫ ਸੈਕਟਰ 34 ਦੇ ਥਾਣਾ ਵਿੱਚ ਕੇਸ ਦਰਜ ਕੀਤਾ ਤੇ ਆਰੋਪੀਆਂ ਦਾ ਸੁਰਾਗ ਦਿੱਲੀ ਦਾ ਮਿਲਿਆ ਤੇ ਇਸ ਤੋਂ ਬਾਅਦ ਇੱਕ ਪੁਲਿਸ ਟੀਮ ਬਣਾਈ ਗਈ ਤੇ ਦੋਵਾਂ आरोपियों ਨੂੰ दिल्ली तो गिरफ्तार किया गया। हमारे पास एक सेवानिवृत्त महिला की शिकायत आई थी कि जब वो रिटायर होने के बाद उसके पास ना इंश्योरेंस पॉलिसी के नाम पे अच्छा प्रॉफिट कमाने का प्रलोभन देने के बहकावा देकर उसके पास कॉल आई, भाई आप इन पॉलिसीज़ में इन्वेस्ट कर दीजिए, आपको इतने पैसे मिलेंगे इतने। धीरे धीरे वो औरत उनके बहकावे में आ गई और उसने उनके कहने पे अलग अलग खातों में धीरे धीरे करके करीब 40 लाख से ऊपर रुपये ट्रांसफ़र कर दिए। जब उसे इस बात का एहसास हुआ कि ये कोई पॉलिसी नहीं है, उसके साथ फ्रॉड हुआ, तो उसने कंप्लेंट दी। उसकी कंप्लेंट आने के बाद हमने उसकी कंप्लेंट पर प्रारंभिक जांच करके वहाँ पाया कि मामला दुरुस्त है। हमने उस पर 34 थाने में FIR दर्ज करी। धीरे धीरे FIR दर्ज करते करके एक के बाद एक सुराग लगाते लगाते हमें फिर इसके बारे में जिन खातों में गई थी उन बंदों की तलाश करते हुए दिल्ली से हमें 2 बंदे मिले हैं जिनको हमने अरेस्ट कर लिया। केस में इनके अकाउंट में पैसे गए थे। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਆਸ਼ੀਸ਼ ਗੁਪਤਾ ਦੇ ਖਾਤੇ ਵਿੱਚ ਧੋਖਾਧੜੀ ਦੀ ਰਕਮ 2,80,000 ਰੁਪਏ ਜਮ੍ਹਾਂ ਹੋਈ ਸੀ, ਜਦੋਂ ਕਿ ਉਸਦੇ ਭਰਾ ਦੇ ਖਾਤੇ ਵਿੱਚ 1 ਲੱਖ ਰੁਪਏ ਜਮ੍ਹਾਂ ਕੀਤੇ ਗਏ ਸੀ ਤੇ ਉੱਥੇ ਹੀ ਆਰੋਪੀ ਸ਼ਿਵਨਾਥ ਦੇ ਖਾਤੇ ਵਿੱਚ 8,40,000 ਰੁਪਏ ਜਮ੍ਹਾਂ ਹੋਏ ਸੀ ਅਤੇ ਇਸ ਤੋਂ ਪਹਿਲਾਂ ਵੀ ਸਾਈਬਰ ਸੈੱਲ ਦੀ ਅਗਵਾਈ ਦੇ ਵਿੱਚ ਜਨਧਨ ਖਾਤੇ ਦੇ ਨਾਮ ਤੇ ਹੋਈ ਧੋਖਾਧੜੀ ਵਿੱਚ ਅਜਿਹੇ ਕਈ ਸ਼ਾਤਰ ਅਪਰਾਧੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਕੋਈ ਵੀ ਸੂਬਾ ਕੋਈ ਵੀ ਦੇਸ਼ ਤਰੱਕੀ ਤਾਂ ਕਰ ਸਕਦਾ ਜੇ ਉਹਦੇ ਬੱਚੇ ਪੜ੍ਹ ਜਾਣ। ਅਫਸੋਸ ਇਸ ਗੱਲ ਦਾ ਹੈ ਕਿ ਅੱਜ ਪੜ੍ਹਾਈ ਬਹੁਤ ਮਹਿੰਗੀ ਹੋ ਗਈ। ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਆਉਣ ਵਾਲੀ ਸਰਕਾਰ ਦੀ ਪ੍ਰਾਇੋਰਟੀ ਐਜੂਕੇਸ਼ਨ ਰਹਿਣੀ ਹੈ। ਖਾਸ ਕਰਕੇ ਗਰੀਬ ਜਨਤਾ ਨੂੰ ਅਸੀਂ ਸ਼ੋਰ ਕਰਦੇ ਹਾਂ ਕਿ ਪੈਸੇ ਕਰਕੇ ਉਹ ਐਜੂਕੇਸ਼ਨ ਤੋਂ ਵਾਂਝੇ ਨਹੀਂ ਰਹਿਣਗੇ। ਅਸੀਂ ਫੈਸਲਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਸਰਕਾਰ ਬਣਤੇ ਪੰਜਾਬ ਦੇ ਬੱਚੀਆਂ ਵਾਸਤੇ 10 ਲੱਖ ਰੁਪਏ ਦਾ ਸਟੂਡੈਂਟ ਕਾਰਡ ਬਣਾ ਕੇ ਦੇਵਾਂਗੇ। ਤੁਸੀਂ ਉਹ ਕਾਰਡ ਰਾਹੀਂ ਪੰਜਾਬ ਦੇ ਕਿਸੇ ਵੀ ਕਾਲਜ, ਹਿੰਦੁਸਤਾਨ ਦੇ ਕਿਸੇ ਵੀ ਕਾਲਜ ਜਾਂ ਦੁਨੀਆ ਦੇ ਕਿਸੇ ਵੀ ਕਾਲਜ 'ਚ ਐਡਮਿਸ਼ਨ ਲੈ ਸਕੋਗੇ। ਉਸ 10 ਲੱਖ ਦੀ ਗਰੰਟੀ ਵੀ ਸਾਡੀ ਪੰਜਾਬ ਸਰਕਾਰ ਦੀ ਹੋਗੀ, ਵਿਆਜ ਵੀ ਅਸੀਂ ਪੰਜਾਬ ਸਰਕਾਰ ਭਰੂਗੀ। ਆ ਸਾਡਾ ਸਾਰੇ ਨਾਲ ਵਾਅਦਾ ਹੈ। ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ ਦੇ ਵਿੱਚ NHM ਵਰਕਰਾਂ ਦੇ ਰੋਸ ਮੁਜ਼ਾਹਰੇ ਨੂੰ 6 ਦਿਨ ਬੀਤ ਚੁੱਕੇ ਨੇ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹਨਾਂ ਦੀਆਂ ਮੰਗਾਂ ਵੱਲ ਅਜੇ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਨੂੰ ਲੈ ਕੇ NHM ਵਰਕਰਾਂ ਵੱਲੋਂ ਹੁਣ ਆਪਣਾ ਰੋਸ ਮੁਜ਼ਾਹਰਾ ਹੋਰ ਤੇਜ਼ ਕਰ ਦਿੱਤਾ ਗਿਆ। NHM ਵਰਕਰਾਂ ਦਾ ਕਹਿਣਾ ਹੈ ਕਿ ਜੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਗਵਰਨਰ ਦੇ ਹਾਊਸ ਵੱਲ ਕੂਚ ਕਰਨਗੇ। ਕਰਮਚਾਰੀਆਂ ਦੀ ਮੰਗ ਹੈ ਕਿ ਬਰਾਬਰ ਕੰਮ ਤੇ ਬਰਾਬਰ ਤਨਖਾਹ ਨੀਤੀ ਨੂੰ ਲਾਗੂ ਕੀਤਾ ਜਾਵੇ, ਕਿਉਂਕਿ ਸਾਰੇ NHM ਵਰਕਰਾਂ ਦੀ ਤਨਖਾਹ ਘੱਟ ਹੈ ਅਤੇ ਉਹਨਾਂ ਦਾ ਕੰਮ ਸਭ ਤੋਂ ਜ਼ਿਆਦਾ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਕਿ NHM ਵਰਕਰਾਂ
ਵਰਕਰਾਂ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਵਰਕਰਾਂ ਨੂੰ ਆਊਟਸੋਰਸ ਦੁਆਰਾ, ਕੁਝ ਵਰਕਰਾਂ ਨੂੰ ਰੈਗੂਲਰ ਅਤੇ ਕੁਝ ਵਰਕਰਾਂ ਨੂੰ NHM ਦੇ ਅੰਡਰ ਰੱਖਿਆ ਗਿਆ ਹੈ। सर हमारा जो है आज 6वां दिन में प्रवेश कर गया है अनिश्चितकालीन हड़ताल। तो हमारे जो ये मेन मुद्दे हैं, जो हमारी जो डिमांड थी सेम वर्क सेम पे की, इसके लिए जो है पहले हमें पता ही नहीं चल रहा था कि हमारी लड़ाई किसके साथ है, सेंटर के साथ है कि यूटी गवर्नमेंट के साथ है। तो हमारा कल जो है आज अखबार के माध्यम से हमें पता चला है सारा कुछ कि उसमें जो है जो हमारे अरुण गुप्ता जी हैं हेल्थ सेक्रेटरी, उन्होंने जो है एक बयान दिया है कि इसमें जो है वहाँ से जो सेंट्रल गवर्नमेंट से लिख के आ गया है कि ये जो है मैटर जो है ये आपका स्टेट मैटर है और इसमें जो है बजट जो है दिल्ली से नहीं मिल सकता है। आप जो है अगर आप चाहो तो यहीं से आप बजट दे सकते हैं। कुल मिला के बात यह है कि हमारे जो प्रशासन से अब हमारी डायरेक्ट लड़ाई शुरू हो चुकी है, क्योंकि अब हमें पता चल गया कि असली हमारी जीत कहाँ से मिलने वाली है। क्योंकि हमारा जो सेम वर्क सेम पे हो या यूटी प्रशासन ही देगा, क्योंकि हम यूटी प्रशासन के ही अंदर काम करते हैं, इसलिए हमें यूटी प्रशासन से ही लेना है। इसके लिए हमारी जो लड़ाई है वो बिल्कुल तब तक जारी रहेगी जब तक जो है हमारी मांगें पूरी नहीं हो जाती। इसके लिए चाहे हमें कोई भी उग्र आंदोलन करना पड़े, किसी भी हद तक जाना पड़े, तो सारे साथी जो है जाने के लिए तैयार हैं। आज जबकि सैटरडे है, फिर कल संडे है, परसों सोमवार है, 3 दिन छुट्टियों के, फिर भी सारी यहाँ बहनें जो हमारे NHM एम्प्लॉय हैं सारे यहाँ पे जो है अपने बच्चों सहित आ रखे हैं। तो इससे जब बड़ी बेशर्म की बात और क्या हो सकती है। मैं सरकार से यही मांग करूँगा कि जितनी भी जल्दी से जल्दी हो सके, क्योंकि अब तो केंद्र सरकार ने भी बोल दिया है कि ये स्टेट मैटर है, तो कम से कम आपको जो है इस काम के जो है प्रमुखता से लेते हुए इसको जो है तुरंत सॉल्व करना चाहिए, ये मैं आशा करता हूँ। से ही हमारे साथ भेदभाव किया गया है, हमें 3 कैटेगरीज में बांट दिया गया है, रेगुलर, आउटसोर्स और NHM को। वो हमारी सैलरी अगर आप देखने पे जाएंगे तो आपको उसी में डिफरेंस पता चल जाएगा कि तीनों में कितना ज़्यादा हमारे साथ जो है वो भेदभाव किया गया है। क्या कारण मानती है अब तक एडमिनिस्ट्रेशन ने इसकी सुध नहीं दी और ना ही हेल्थ डिपार्टमेंट सुध ले, जबकि आप लोगों ने कोशिश की है हेल्थ डिपार्टमेंट से बात करने। सर हाँ, हेल्थ डिपार्टमेंट से हमने बात करने की कोशिश करी है और हमारे जो DHS मैडम है उन्होंने हमें काफ़ी पॉजिटिव रिस्पांस दिया है और कहा है कि मैं आपकी बात आगे प्रशासन तक लेके जाऊंगी और लेके गए भी हैं यहाँ तक। और उन्होंने हमें पूरी आशा जताई है कि वो हमारी बात जल्दी से जल्दी पूरी करवाने की कोशिश करेंगे। तो अभी तक तो पूरी हुई नहीं, यदि बात होनी होती तो अब तक हो चुकी होती। सर ये जो प्रशासन है ये इतनी जल्दी बात सुनता नहीं है। जो अफसरशाही है अगर वो आराम से बात सुन लेते तो मुझे लगता है आज हमें 6 दिन की हड़ताल भी ना करनी पड़ती, हमारी बात आज से बहुत दिन पहले सुनी जा चुकी होती। आज आप अपने बच्चों समेत यहाँ पर बैठे जी बिल्कुल। किस तरह से बच्चे भी ये धूप में बैठे हुए हैं, भूखे प्यासे बैठे हुए हैं, किस तरह से आप प्रशासन को भी बताना चाहते हैं, कहाँ तक आप इस प्रदर्शन को लेकर जाएंगे? सर मुझे लगता है आज का सिचुएशन देख के प्रशासन को शर्म आनी चाहिए कि इतनी गर्मी में छोटे छोटे बच्चों को देख के हमारी बहनें यहाँ बैठी हुई हैं। अगर अभी भी इस प्रशासन को होश ना आया तो हम अपने इस आंदोलन को और तेज करेंगे और अगर हमें ज़रूरत पड़ी तो हम सेक्रेटरीट की तरफ को भी कूच करेंगे और HS सर के पास भी जाएंगे और उनसे बात करेंगे। ਵਰਕਰਾਂ ਦਾ ਕਹਿਣਾ ਹੈ ਕਿ NHM ਵਰਕਰਾਂ ਦੇ ਨਾਲ ਭੇਦਭਾਵ ਕਿਉਂ ਕੀਤਾ ਜਾ ਰਿਹਾ ਹੈ ਤੇ ਚੰਡੀਗੜ੍ਹ ਪ੍ਰਸ਼ਾਸਨ ਬਰਾਬਰ ਕੰਮ ਦੀ ਬਰਾਬਰ ਤਨਖਾਹ ਨੀਤੀ ਨੂੰ ਲਾਗੂ ਕਿਉਂ ਨਹੀਂ ਕਰ ਰਿਹਾ ਤੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਇਹ ਵਰਕਰ ਆਰ-ਪਾਰ ਦੀ ਲੜਾਈ ਤੇ ਉਤਰ ਗਏ ਲੱਗਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਕੰਮ ਤੇ ਨਹੀਂ ਵਾਪਸ ਪਰਤਣਗੇ ਜਦੋਂ ਤੱਕ ਉਹਨਾਂ ਦੀ ਮੰਗ ਨਹੀਂ ਪੂਰੀ ਕੀਤੀ ਜਾਂਦੀ। ਜਗਬਾਣੀ TV ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਪੰਜਾਬ ਦਾ ਕਿਸਾਨ ਦੇਸ਼ ਨੂੰ ਅੰਨ ਪੈਦਾ ਕਰਕੇ ਦਿੰਦਾ ਹੈ, ਪਰ ਅੱਜ ਪੰਜਾਬ ਦੇ ਕਿਸਾਨ ਤੇ ਬਹੁਤ ਵੱਡਾ ਆਰਥਿਕ ਬੋਝ ਪੈ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਤਕਰੀਬਨ 100 ਰੁਪਏ ਤੇ ਪਹੁੰਚ ਗਈਆਂ। ਮੈਂ ਵਾਅਦਾ ਕਰਦਾ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣ ਤੇ ਹਰ ਕਿਸਾਨ ਨੂੰ 10 ਰੁਪਏ ਲੀਟਰ ਡੀਜ਼ਲ ਸਸਤਾ ਦੇਵਾਂਗੇ। ਤਕਰੀਬਨ 2200 ਰੁਪਏ ਇੱਕ ਡਰਮ ਅਗਰ ਉਹਦਾ ਫਾਇਦਾ ਹੋਊਗਾ, ਜਿਸ ਨਾਲ ਉਹਦਾ ਬੋਝ ਘਟ ਸਕੇ। 30 ਅਗਸਤ ਨੂੰ ਜਨਮਅਸ਼ਟਮੀ ਹੈ ਅਤੇ ਜਨਮਅਸ਼ਟਮੀ ਨੂੰ ਲੈ ਕੇ ਬਾਜ਼ਾਰ ਪੂਰੀ ਤਰ੍ਹਾਂ ਸਜ ਚੁੱਕੇ ਹਨ। ਜਨਮਅਸ਼ਟਮੀ ਦੀ ਧੂਮ ਬਾਜ਼ਾਰਾਂ 'ਚ ਖੂਬ ਵੇਖਣ ਨੂੰ ਮਿਲ ਰਹੀ ਹੈ। ਪਿਛਲੀ ਵਾਰ ਦੀ ਗੱਲ ਕਰੀਏ ਤਾਂ ਕਰੋਨਾ ਦੇ ਕਾਰਨ ਲੋਕਾਂ ਨੇ ਜਨਮਅਸ਼ਟਮੀ ਆਪਣੇ ਘਰਾਂ 'ਚ ਹੀ
ਮਨਾਈ ਸੀ ਅਤੇ ਜਨਮ ਅਸ਼ਟਮੀ ਦੀ ਰੌਣਕਾਂ ਲੱਗਣ ਵਾਲੀਆਂ ਹਨ ਕਿਉਂਕਿ ਇਸ ਵਾਰ ਕਰੋਨਾ ਵੀ ਘੱਟ ਹੈ ਅਤੇ ਦੂਜੇ ਪਾਸੇ ਹੁਣ ਮੰਦਰਾਂ 'ਚ ਲੋਕ ਪਹਿਲਾਂ ਵਾਂਗ ਆਉਣ ਲੱਗ ਪਏ ਹਨ। ਉੱਥੇ ਹੀ ਜਨਮ ਅਸ਼ਟਮੀ ਤੇ ਲੋਕ ਬਾਜ਼ਾਰਾਂ 'ਚ ਜੰਮ ਕੇ ਖਰੀਦਦਾਰੀ ਕਰ ਰਹੇ ਹਨ। ਸਭ ਤੋਂ ਜ਼ਿਆਦਾ ਲੱਡੂ ਗੋਪਾਲ ਘਰ ਲੈ ਜਾ ਰਹੇ ਹਨ ਅਤੇ ਉੱਥੇ ਹੀ ਕ੍ਰਿਸ਼ਨ ਅਤੇ ਲੱਡੂ ਗੋਪਾਲ ਦੀਆਂ ਪੋਸ਼ਾਕਾਂ ਵੀ ਖਰੀਦ ਰਹੇ ਹਨ। ਜਨਮ ਅਸ਼ਟਮੀ ਤੇ ਸਭ ਤੋਂ ਜ਼ਿਆਦਾ ਲੋਕ ਆਪਣੇ ਬੱਚਿਆਂ ਦੇ ਲਈ ਕਾਨਾਂ ਦੀਆਂ ਪੋਸ਼ਾਕਾਂ ਖਰੀਦ ਰਹੇ ਹਨ। हाँ, आज गोपाल जी के लिए हमने कुछ वस्त्र लिए हैं, उनके लिए ड्रेस, उसके साथ मैचिंग का मुकुट और गले में पहनने के लिए कुछ ज्वेलरी ली है और बड़ा अच्छा लग रहा है। इस तरह से जन्माष्टमी का आप भगवान जन्माष्टमी बनाएंगे प्रसाद बनाते हैं जन्माष्टमी पे उनके लिए हम लोग। और नए वस्त्र पहनाएंगे। नए वस्त्र पहनाएंगे और व्रत भी करेंगे। बस घर पे लड्डू गोपाल को स्नान करवा के उनको नए कपड़े पहना के झूला दे के भोग लगा के। पिछले 2 साल से कोरोना के कारण जन्माष्टमी नहीं बना था। हाँ इस बार जी। भगवान से क्या मांग लेंगे? बस यही कि सब खुश रहे, एक साथ रहे। मैडम जन्माष्टमी आ रही है, क्या खरीदारी कर रहे हैं? कैमरे की तरफ। कान्हा जी के लिए, लड्डू गोपाल जी के लिए सुंदर सुंदर वस्त्र यहाँ पे मिल रहे हैं, मैं लेने आई हूँ। और उस दिन मेरे को बड़ी चाह है कि उनका जन्मदिन है, उस उपलक्ष्य में मैं उनको सुंदर सा सजाना चाहती हूँ, नहला धुला के। और पंचामृत से उनको नहलाया जाएगा और सारी रात उनके गीत भजन गाएंगे और ये उत्सव मनाएंगे। जो पिछले साल नहीं हो सका वो इस साल हम बड़ी धूमधाम से मनाने की पूरी इच्छा है। ये नए वस्त्र लिए हैं भगवान? हाँ जी, भगवान के लिए लिए हैं जी। ये देखो मेरे पास 4 कान्हा हैं, लड्डू गोपाल जी हैं, सबके लिए मैं शॉपिंग करने आई हूँ। उनके साथ अपने साथ लेके भी आई हूँ मैं उनको। तो मेरे को बड़ी तो ये इच्छा वस्त्र थी। उसी दिन जन्माष्टमी वाले हाँ दिन? जी, हाँ जी, उस दिन मैं नहला धुला के उन्हें प्यार से सजा के उनको बड़ी इच्छा है कि मैं उनका ये उत्सव मनाऊँ। ਉੱਥੇ ਹੀ ਬਾਜ਼ਾਰ 'ਚ ਲੋਕਾਂ ਦੀ ਚਹਿਲ ਪਹਿਲ ਨੂੰ ਵੇਖਦੇ ਹੋਏ ਦੁਕਾਨਦਾਰਾਂ ਦੇ ਚਿਹਰੇ ਵੀ ਖਿੜੇ ਹੋਏ ਹਨ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਕੋਰੋਨਾ 'ਚ ਨਿਕਲ ਗਿਆ ਪਰ ਇਸ ਵਾਰ ਹੁਣ 30 ਅਗਸਤ ਨੂੰ ਜਨਮਾਸ਼ਟਮੀ ਹੈ ਤਾਂ ਬਾਜ਼ਾਰ 'ਚ ਵੀ ਰੌਣਕਾਂ ਮੁੜ ਆਈਆਂ ਹਨ। पहले तो देखो कोरोना करके बंद था, अब वो कोरोना खुल गया। अब लोग कृष्ण भगवान के लड्डू गोपाल की पोशाक और लड्डू गोपाल उसके आसन वगैरह सारी बंसरे वगैरह झूले सब डिमांड है। अब बहुत लोग खुश है, कोरोना के कारण नहीं ले सकते, वो ठाकुर जी की सेवा करेंगे। अब ग्राहक आ रहा है? ग्राहक बहुत आ रहा है हमें। इस बार पहले के कोरोना की मार के कारण लोग अभी वो उभरे हैं और अभी मार्केट में पूरा जोर शोर से कोई मार्केट में खरीदारी कर रहे हैं लड्डू गोपाल जी झूलों की। किस तरह के जो है वो खरीदारी हो रही है कृष्ण गोपाल जी? गोपाल जी झूले, आसन, सिंहासन, मुकुट, माला, हार, वस्त्र, पोशाक, बच्चों की पोशाक सभी खरीदारी कर रहे हैं। पिछले साल से बेटर है रिस्पॉन्स? हाँ, अब की बार अच्छा रिस्पॉन्स मिल रहा है। ਜ਼ਿਕਰਯੋਗ ਹੈ ਕਿ 30 ਅਗਸਤ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਹੈ ਅਤੇ ਤਿਉਹਾਰ ਨੂੰ ਲੈ ਕੇ ਬਾਜ਼ਾਰ ਪੂਰੀ ਤਰ੍ਹਾਂ ਤੋਂ ਸਜ ਚੁੱਕੇ ਹਨ। ਇਸ ਵਾਰ ਲੋਕ ਜਨਮ ਅਸ਼ਟਮੀ ਤੇ ਸਭ ਤੋਂ ਜ਼ਿਆਦਾ ਆਪਣੇ ਬੱਚਿਆਂ ਲਈ ਕਾन्हा ਜੀ ਦੀਆਂ ਪੋਸ਼ਾਕਾਂ ਖਰੀਦਦੇ ਹਨ ਅਤੇ ਕਾन्हा ਤੇ ਲੱਡੂ ਗੋਪਾਲ ਜੀ ਦੀਆਂ ਪੋਸ਼ਾਕਾਂ ਵੀ ਖਰੀਦ ਰਹੇ ਹਨ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਅੱਜ ਪੰਜਾਬ ਦਾ ਨੌਜਵਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਪਰ ਨੌਕਰੀ ਕੀ ਦੇਣੀ ਸੀ, ਆਪਣੇ ਹੀ ਮੰਤਰੀਆਂ ਦੇ ਬੱਚਿਆਂ ਨੂੰ ਨੌਕਰੀ ਦੇ ਦਿੱਤੀ। 10 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਸੀ, ਤਕਰੀਬਨ ਅਸੀਂ ਉਦੋਂ 2,37,000 ਸਰਕਾਰੀ ਨੌਕਰੀਆਂ ਦਿੱਤੀਆਂ ਸੀ ਤੇ ਕਈ ਲੱਖ ਅਸੀਂ ਪ੍ਰਾਈਵੇਟ ਸੈਕਟਰ 'ਚ ਅਸੀਂ ਇਨਵੈਸਟਮੈਂਟ ਲੈ ਕੇ ਆਏ ਸੀ ਜਿਹਦੇ ਨਾਲ ਨੌਕਰੀਆਂ ਬਣੀਆਂ। ਮੈਂ ਵਾਅਦਾ ਕਰਦਾ ਸਾਰੇ ਨੌਜਵਾਨਾਂ ਨੂੰ ਕਿ ਅਗਲੇ 5 ਸਾਲ ਘੱਟ ਤੋਂ ਘੱਟ ਅਸੀਂ 1 ਲੱਖ ਸਰਕਾਰੀ ਨੌਕਰੀ ਜ਼ਰੂਰ ਦੇਵਾਂਗੇ। ਇਨਵੈਸਟਮੈਂਟ ਪੰਜਾਬ 'ਚ ਲਿਆਉਣੀ ਮੇਰੀ ਪ੍ਰਾਇਰਟੀ ਹੋਊਗੀ। ਇੱਥੇ ਇਨਵੈਸਟਮੈਂਟ ਵੀ ਲੈ ਕੇ ਆਵਾਂਗੇ, ਇਨਫਰਾਸਟ੍ਰਕਚਰ ਵੀ ਬਣਾਵਾਂਗੇ, ਇੱਥੇ ਹਾਲਾਤ ਹੈ ਜੀ ਬਣਾ ਦਾਂਗੇ ਕਿ ਲੋਕ ਇੱਥੇ ਆ ਕੇ ਵਪਾਰ ਵੀ ਕਰਨ ਜਿਹਦੇ ਨਾਲ ਘੱਟ ਤੋਂ ਘੱਟ 10 ਲੱਖ ਨੌਜਵਾਨ ਪ੍ਰਾਈਵੇਟ ਸੈਕਟਰ 'ਚ ਨੌਕਰੀ ਲੈ ਸਕਣ। ਆਹ ਵਾਅਦਾ ਮੇਰਾ ਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਸਾਰੇ ਨੌਜਵਾਨਾਂ ਨਾਲ ਹੈ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਪਾਸ ਨਹੀਂ, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।